ਜਿੱਦਾਂ ਹੀ ਥੱਲੇ ਗਿਆ ਨਾਲ ਹੀ ਖੁਸ਼ ਹੋਇਆ। ਅੱਛਾ ਹੱਸ ਰਿਹਾ ਉਹ, ਪਤਾ ਕੀ ਕਹਿੰਦਾ? ਉਹ ਹੱਸਦਾ ਹੈ, ਉਹ ਕਹਿੰਦਾ ਉਹ ਭਿਖਾਰੀ, ਉਹ ਤੈਨੂੰ ਕੀ ਪਤਾ ਮੇਰੀ ਵੈਲਿਊ ਦਾ, ਮੈਂ ਕੀਮਤੀ ਕਿੰਨਾ ਆ, ਮੇਰੀ ਵੈਲਿਊ ਕੀ ਹੈ? ਓਏ ਤੂੰ ਮੈਨੂੰ ਸਮਝ ਨਹੀਂ ਪਾਇਆ, ਤੇ ਚ ਮੇਰੀ ਕੋਈ ਕਮੀ ਨਹੀਂ ਹੈ, ਇਹ ਚ ਮੇਰਾ ਕੋਈ ਘਟਾ ਨਹੀਂ ਹੈ। ਤੂੰ ਮੈਨੂੰ ਸੁੱਟ ਕੇ ਆਪਣੀ ਮੂਰਖਤਾ ਸਾਬਿਤ ਕੀਤੀ ਹੈ ਕਿ ਤੈਨੂੰ ਹੀ ਮੇਰੀ ਵੈਲਿਊ ਦਾ ਪਤਾ ਨਹੀਂ ਹੈ, ਤੈਨੂੰ ਹੀ ਮੇਰੀ ਕੀਮਤ ਦਾ ਪਤਾ ਨਹੀਂ ਹੈ। ਇਸ ਲਈ ਨੋਟ ਥੱਲੇ ਗਿਰਿਆ, ਪਰ ਨਾਲ ਕੀ ਕਹਿ ਰਿਹਾ ਸੀ? ਕੋਈ ਗੱਲ ਨਹੀਂ, ਇਹਨੂੰ ਮੇਰੀ ਵੈਲਿਊ ਦਾ ਨਹੀਂ ਪਤਾ, ਇਹਨੂੰ ਮੇਰੀ ਕੀਮਤ ਦਾ ਨਹੀਂ ਪਤਾ, ਇਸ ਲਈ ਇਹਨਾਂ ਮੈਨੂੰ ਥੱਲੇ ਸੁੱਟਿਆ ਹੈ। ਪਰ ਕੋਈ ਨਹੀਂ, ਕੋਈ ਐਸਾ ਆਏਗਾ ਜਿਹਨੂੰ ਮੇਰੀ ਕੀਮਤ ਦਾ ਪਤਾ ਹੋਏਗਾ, ਜਿਹਨੂੰ ਮੇਰੀ ਵੈਲਿਊ ਦਾ ਪਤਾ ਹੋਏਗਾ। ਔਰ ਜਦੋਂ ਉਹ ਆਏਗਾ, ਉਹ ਮੈਨੂੰ ਜ਼ਮੀਨ ਤੋਂ ਉਠਾਏਗਾ, ਆਪਣੀ ਜੇਬ 'ਚ ਪਾਏਗਾ। ਬਸ ਮੈਨੂੰ ਉਦੋਂ ਤੱਕ ਸਬਰ ਨਾਲ ਇੰਤਜ਼ਾਰ ਕਰਨਾ ਪੈਣਾ ਹੈ, ਉਦੋਂ ਤੱਕ ਮੈਨੂੰ ਥੋੜਾ ਸਬਰ ਰੱਖਣਾ ਪੈਣਾ ਹੈ, ਕਿਉਂਕਿ ਜ਼ਮੀਨ ਤੇ ਗਿਰਨ ਨਾ ਮੇਰੀ ਵੈਲਿਊ ਘਟ ਨਹੀਂ ਗਈ, ਬਲਕਿ ਇਸ ਮੂਰਖ ਨੂੰ ਨਹੀਂ ਮੇਰੀ ਕੀਮਤ ਦਾ ਪਤਾ ਸੀ, ਇਸ ਲਈ ਇਹਨਾਂ ਮੈਨੂੰ ਸੁੱਟ ਦਿੱਤਾ। ਪਰ ਦੁਨੀਆ ਤੇ ਐਸੇ ਬਹੁਤ ਹੈ ਜਿਨ੍ਹਾਂ ਨੂੰ ਮੇਰੀ ਵੈਲਿਊ ਦਾ ਪਤਾ ਹੈ। ਇੱਕ ਦੀਆਂ ਨਜ਼ਰਾਂ 'ਚ ਵੀ ਆ ਗਿਆ ਤਾਂ ਉਹ ਆ ਕੇ ਮੈਨੂੰ ਉਠਾਏਗਾ, ਝਾੜ ਕੇ ਸਾਫ਼ ਕਰਕੇ ਸੀਨੇ ਨਾਲ ਲਾਏਗਾ। ਬਸ ਮੈਨੂੰ ਉਹ ਪਲ ਦਾ ਇੰਤਜ਼ਾਰ ਕਰਨਾ ਪੈਣਾ ਹੈ। ਹੁਣ ਇਹ ਦੂਸਰਾ ਨੋਟ ਗਲਿਆ ਨਹੀਂ, ਚਿੰਤਾ ਨਹੀਂ ਕੀਤੀ, ਬਲਕਿ ਖੁਸ਼ੀ ਨਾਲ ਉਹ ਹਾਲਾਤ ਨੂੰ ਸਵੀਕਾਰ ਕੀਤਾ। ਔਰ ਫਿਰ ਕੀ ਹੋਇਆ? 3-4 ਘੰਟੇ ਬੀਤੇ, ਇੱਕ ਨੋਟ ਤਾਂ ਉਹ 3-4 ਘੰਟਿਆਂ 'ਚ ਚਿੰਤਾ, ਉਹ ਰੋਣੇ ਰੋ ਕੇ ਹੀ ਗਲ ਗਿਆ। ਕਿਉਂਕਿ ਰੋਣ ਦਾ ਮਤਲਬ ਰੋ ਕੇ ਪਾਣੀ 'ਚ ਹੀ ਗਲ ਗਿਆ। ਪਰ ਦੂਜਾ ਨੋਟ ਹਾਲੇ ਵੀ ਸੋਲਿਡ ਹੈ, ਹਾਲੇ ਵੀ ਕੜਕ ਹੈ, ਹਾਲੇ ਵੀ ਮਜ਼ਬੂਤ ਹੈ। ਇਕੱਠਾ ਜ਼ਰੂਰ ਹੋ ਗਿਆ ਪਰ ਹਾਲੇ ਵੀ ਮਜ਼ਬੂਤ ਹੈ, ਕਿਉਂਕਿ ਉਹਨੂੰ ਯਕੀਨ ਹੈ ਕੋਈ ਆਏਗਾ ਮੈਨੂੰ ਉਠਾਏਗਾ। ਆਖਰ 3-4 ਘੰਟੇ ਬੀਤੇ, ਇੱਕ ਆਦਮੀ ਆਇਆ, ਉਹਦੀ ਨਜ਼ਰ ਗਈ, ਹੈ ਕੋਈ $100, $100। ਉਹਨੇ ਫਟਾਫਟ ਇੱਕ ਨੂੰ ਚੱਕਿਆ। ਇਹਨੂੰ ਚੱਕਿਆ? ਹੁਣ ਜਰਾ ਆਪ ਹੀ ਦੇ ਦਿਓ, ਜਿਹੜਾ ਗਲ ਗਿਆ ਉਹਨੂੰ ਚੱਕਿਆ, ਦੂਜੇ ਨੂੰ ਚੱਕਿਆ? ਜਵਾਬ ਦੇ ਦਿਓ। ਹੁਣ ਜਿਹੜਾ ਗਲ ਚੁੱਕਾ ਉਹਨੂੰ ਦੇਖਿਆ, ਉਹ ਕਹਿੰਦੇ ਲੈ ਇਹ ਤਾਂ ਗਲ ਹੀ ਚੁੱਕਾ, ਇਹ ਤਾਂ ਫਟ ਹੀ ਚੁੱਕਾ, ਇਹ ਤਾਂ ਟੁੱਟ ਗਿਆ, ਬਿਖਰ ਗਿਆ, ਫਟ ਗਿਆ, ਗਲ ਗਿਆ, ਇਹ ਕਿਸੇ ਕੰਮ ਦਾ ਰਿਹਾ ਹੀ ਨਹੀਂ। ਪਰ ਦੂਜਾ ਕੜਕ ਲੱਗਦਾ ਹੈ। ਉਹਨੇ ਚੱਕਿਆ, ਖੋਲਿਆ, ਉਹ 100 ਦਾ ਨੋਟ ਇੰਨਾ ਕੜਕ ਸਾਫ, ਝਾੜਿਆ ਔਰ ਉਹਨੂੰ ਦਿਲ ਵਾਲੀ ਜੇਬ 'ਚ ਰੱਖ ਲਿਆ। ਤਾਂ ਨੋਟ ਖੁਸ਼ ਹੋ ਗਿਆ, ਕਹਿੰਦਾ ਦੇਖਿਆ, ਮੈਂ ਕਿਹਾ ਸੀ ਨਾ ਜਿਹਨੂੰ ਮੇਰੀ ਵੈਲਿਊ ਦਾ ਪਤਾ ਹੋਏਗਾ ਆਏਗਾ ਔਰ ਮੈਨੂੰ ਸੀਨੇ ਨਾਲ ਲਾਏਗਾ। ਅੱਜ ਆ ਗਿਆ ਜਿਹਨੇ ਮੈਨੂੰ ਗੱਲ ਨਾਲ ਲਾ ਕੇ ਮੇਰੀ ਵੈਲਿਊ ਨੂੰ ਸਮਝਿਆ। ਹੁਣ ਜਦੋਂ ਇਹ ਦੋ ਨੋਟਾਂ ਦੀ ਕਹਾਣੀ ਦੱਸੀ ਹੈ ਤਾਂ ਤੁਸੀਂ ਕਿਹੜੇ ਨੋਟ ਹੋ, ਜਰਾ ਤੁਸੀਂ ਵੀ ਚੈੱਕ ਕਰ ਲਓ, ਯਾਨੀ ਕਿਹੜੇ ਇਨਸਾਨ ਹੋ ਤੁਸੀਂ। ਕਿਉਂਕਿ ਕਈ ਇਨਸਾਨ ਉਹ ਹੁੰਦੇ ਐ ਜਿਨ੍ਹਾਂ ਦੀ ਕੋਈ ਨਿੰਦਿਆ ਕਰ ਦੇਵੇ, ਕੋਈ ਠੋਕਰ ਮਾਰ ਦੇਵੇ, ਕੋਈ ਉਹਨਾਂ ਨੂੰ ਛੱਡ ਦੇਵੇ, ਕੋਈ ਕਵੇ ਮੈਂ ਤੇਰਾ ਸਾਥ ਨਹੀਂ ਦੇਣਾ, ਜਾ ਮੈਂ ਤੈਨੂੰ ਛੱਡਿਆ। ਬੋਲੋ ਸਮਝਦੇ ਹੋ ਕਿ ਨਹੀਂ? ਤਾਂ ਕਈ ਉਹ ਪਹਿਲੇ ਨੋਟ ਦੀ ਤਰ੍ਹਾਂ ਹਾਏ ਮੈਨੂੰ ਛੱਡ ਦਿੱਤਾ, ਹੁਣ ਮੇਰਾ ਕੀ ਬਣੂਗਾ, ਉਹ ਮੈਂ ਮਰ ਜਾਣਾ, ਇਹਨਾਂ ਮੇਰੇ ਨਾਲ ਮਾੜਾ ਕੀਤਾ, ਇਹਨਾਂ ਮੇਰੇ ਨਾਲ ਇਦਾਂ ਕੀਤਾ, ਇਹਨਾਂ ਮੇਰੇ ਨਾਲ ਉਦਾਂ ਕੀਤਾ, ਇਹਨਾਂ ਮੇਰੀ ਨਿੰਦਿਆ ਕੀਤੀ, ਇਹਨਾਂ ਮੈਨੂੰ ਚੁਗਲੀ ਕੀਤੀ। ਉਹ ਰੋ ਕੇ ਚਿੰਤਾ ਕਰਕੇ ਆਪਣੇ ਜੀਵਨ ਨੂੰ ਆਪ ਹੀ ਗਾਲ ਦਿੰਦੇ ਆ। ਉਹ ਨਾ ਫਿਰ ਰੱਬ ਦੇ ਕੰਮ ਦੇ ਰਹਿੰਦੇ ਆ, ਨਾ ਜੱਗ ਦੇ ਕੰਮ ਦੇ ਰਹਿੰਦੇ ਆ। ਉਹ ਨਸ਼ੇ ਕਰਕੇ ਇਦਾਂ ਗਲ ਜਾਂਦੇ ਆ ਕਿ ਫਿਰ ਉਹ ਆਪਣੀਆਂ ਚੰਗੇ ਭਲੇ ਸਰੀਰ ਨੂੰ ਬਿਮਾਰੀਆਂ ਲਵਾ ਕੇ ਆਪਣੀ ਜ਼ਿੰਦਗੀ ਬਰਬਾਦ ਕਰਕੇ ਜਾਂਦੇ ਆ। ਸਮਝਦੇ ਹੋ ਕਿ ਨਹੀਂ? ਪਰ ਦੂਜੇ ਕਿਹੜੇ ਹੁੰਦੇ ਆ? ਉਹ ਕਹਿੰਦੇ ਅੱਛਾ ਤੂੰ ਛੱਡ ਦਿੱਤਾ ਮੈਨੂੰ, ਉਹ ਮਸਲ ਦਿੱਤਾ ਮੈਨੂੰ, ਉਹ ਕੋਈ ਗੱਲ ਨਹੀਂ, ਕਿਉਂਕਿ ਮੇਰੇ 'ਚ ਕੋਈ ਕਮੀ ਨਹੀਂ ਹੈ, ਇਹ ਤਾਂ ਤੂੰ ਹੀ ਅਣਜਾਣ ਹੈ, ਤੇਰੇ ਕੋਲ ਹੀ ਸਮਝ ਨਹੀਂ ਹੈ ਕਿ ਤੂੰ ਮੇਰੇ ਗੁਣਾਂ ਨੂੰ ਜਾਣ ਸਕੇ, ਤੈਨੂੰ ਮੇਰੀ ਵੈਲਿਊ ਦਾ ਨਹੀਂ ਪਤਾ। ਕੋਈ ਨਹੀਂ, ਛੱਡ ਮੈਨੂੰ, ਉਹ ਕੋਈ ਪਰਵਾਹ ਨਹੀਂ, ਕਿਉਂਕਿ ਅੱਜ ਤੂੰ ਮੈਨੂੰ ਛੱਡਿਆ ਹੈ, ਪਰ ਮੈਨੂੰ ਵਿਸ਼ਵਾਸ ਹੈ ਇੱਕ ਦਿਨ ਕੋਈ ਐਸਾ ਆਏਗਾ ਜੋ ਮੈਨੂੰ ਉਠਾਏਗਾ, ਆਪਣੇ ਗਲ ਨਾਲ ਲਾਏਗਾ, ਮੇਰੀ ਵੈਲਿਊ ਨੂੰ ਵਧਾਏਗਾ। ਕੜਕ ਬਣ ਕੇ ਰਹੋ, ਮਜ਼ਬੂਤ ਬਣ ਕੇ ਰਹੋ, ਕਿਉਂਕਿ ਮਜ਼ਬੂਤ ਬੰਦਾ ਗਿਰ ਵੀ ਜਾਵੇ ਤਾਂ ਉਹਨੂੰ ਉਠਾਉਣ ਵਾਸਤੇ ਹਜ਼ਾਰਾਂ ਹੀ ਆ ਜਾਂਦੇ ਐ। ਔਰ ਯਾਦ ਰੱਖੋ, ਹਜ਼ਾਰਾਂ ਆਣ ਨਾ ਉਹਨੂੰ ਉਠਾਉਣ ਵਾਸਤੇ ਮਾਲਕ ਦੀ ਰਹਿਮਤ ਜ਼ਰੂਰ ਆ ਜਾਂਦੀ ਹੈ। ਤਾਂ ਜੇ ਅਸੀਂ ਗਲ ਹੀ ਗਏ, ਰੋ ਕੇ ਨਸ਼ੇ ਕਰਕੇ ਓਏ ਰੋਗੀ ਹੋ ਗਏ, ਆਪਣੇ ਆਪ ਨੂੰ ਰੋਗ ਹੀ ਲਵਾ ਲੇ, ਟੁੱਟ ਕੇ ਨਿਰਾਸ਼ ਹੋ ਕੇ ਆਪਣੇ ਜੀਵਨ ਨੂੰ ਹੀ ਬਰਬਾਦ ਕਰ ਲਿਆ, ਤਾਂ ਫਿਰ ਕੌਣ ਆਏਗਾ? ਕਿਉਂਕਿ ਗਲਿਆਂ ਦੇ ਲਾਗੇ ਕਿਹਨੇ ਆਣਾ ਹੈ? ਬੰਦੇ ਅੰਦਰੋਂ ਜਾਨ ਨਿਕਲ ਜਾਵੇ ਤਾਂ ਆਪਣੇ ਵੀ ਕਹਿੰਦੇ ਸਾੜ ਦਿਓ, ਫੂਕ ਦਿਓ, ਹੁਣ ਕਿਸੇ ਕੰਮ ਦਾ
ਸੋ ਜਦੋਂ ਕੋਈ ਤੁਹਾਡੀ ਨਿੰਦਿਆ ਕਰੇ, ਤੁਹਾਡੀ ਚੁਗਲੀ ਕਰੇ, ਤੇ ਇਹਦਾ ਮਤਲਬ ਇਹ ਨਹੀਂ ਕਿ ਹਾਏ ਮੇਰੀ ਵੈਲਿਊ ਘਟ ਗਈ, ਹਾਏ ਮੇਰੀ ਕੀਮਤ ਘਟ ਗਈ, ਹਾਏ ਮੈਂ ਕਿਸੇ ਕੰਮ ਦਾ ਨਹੀਂ ਰਿਹਾ। ਬਲਕਿ ਸੋਚੋ ਮੇਰੀ ਕੀਮਤ ਕੋਈ ਘਟਾ, ਕਿਉਂਕਿ ਮੈਨੂੰ ਬਣਾਉਣ ਵਾਲਾ ਮੇਰਾ ਮਾਲਿਕ, ਮੇਰੇ ਉਹ ਜਿਹਦੇ ਉੱਤੇ ਮਾਲਿਕ ਦੇ ਨਾਮ ਦੀ ਮੋਹਰ ਲੱਗੀ ਹੋਵੇ, ਉਹਦੀ ਰਹਿਮਤ ਦੀ ਮੋਹਰ ਲੱਗੀ ਹੋਵੇ, ਉਹਦੀ ਵੈਲਿਊ ਕਦੀ ਘਟ ਨਹੀਂ ਸਕਦੀ। ਸਮਝਦੇ ਹੋ ਕਿ ਨਹੀਂ? ਹੁਣ ਕਹਿੰਦੇ ਨਾ ਚੰਦਰਮੇ ਨੂੰ ਗ੍ਰਹਿਣ ਲੱਗ ਗਿਆ। ਹੁਣ ਜਦੋਂ ਚੰਦਰਮੇ ਨੂੰ ਗ੍ਰਹਿਣ ਲੱਗਦਾ, ਚੰਦਰਮਾ ਸਾਨੂੰ ਨਜ਼ਰ, ਪਰ ਇਧਰੋਂ ਦੇਖਣ ਵਾਲੇ ਕਿੰਨੇ ਕੁ ਹੁੰਦੇ ਆ? ਜ਼ਰਾ ਗੌਰ ਕਰੋ ਕਿ ਉਹ ਚੰਦਰਮੇ ਦੇ ਗ੍ਰਹਿਣ ਨੂੰ ਦੇਖਣ ਵਾਲੇ ਕੁਝ ਲੱਖ ਕਰੋੜ ਬੰਦੇ ਹੁੰਦੇ ਹੋਣਗੇ, ਪਰ ਦੂਜੀ ਤਰਫ ਉਹ ਚੰਦਰਮੇ ਨੂੰ ਅਰਬਾਂ ਖਰਬ ਸਿਤਾਰੇ ਦੇਖਦੇ ਆ, ਕਿਉਂਕਿ ਗ੍ਰਹਿਣ ਇਧਰਲੇ ਪਾਸੇ ਆ, ਦੂਜੇ ਪਾਸੇ ਗ੍ਰਹਿਣ, ਉੱਥੇ ਤਾਂ ਹਾਲੇ ਵੀ ਚੰਦਰਮਾ ਚਮਕ ਰਿਹਾ ਹੈ। ਇਸ ਲਈ ਇੱਕ ਗੱਲ ਹਮੇਸ਼ਾ ਯਾਦ ਰੱਖੋ, ਚੰਦਰਮਾ ਚਾਹੇ ਇੰਨਾ ਕੁ ਵੀ ਹੋਵੇ, ਕਹਿੰਦੇ ਪਹਿਲੀ ਦਾ ਚੰਦਰਮਾ, ਦੂਜੇ ਦਾ ਚੰਦਰਮਾ, ਤੀਜ ਦਾ ਚੰਦਰਮਾ, ਤੇ ਇਹਦਾ ਮਤਲਬ ਕੀ ਉਹ ਚੰਦਰਮਾ ਤਾਂ ਪੂਰਾ ਹੀ ਹੈ, ਪਰ ਸਾਨੂੰ ਅੱਜ ਨਜ਼ਰ ਇੰਨਾ ਕੁ ਆ ਰਿਹਾ, ਇਸ ਲਈ ਕਹਿੰਦੇ ਚੰਦਰਮਾ ਅੱਧਾ। ਅੱਜ ਚੰਦਰਮਾ ਪੂਰਾ ਨਜ਼ਰ ਆਇਆ, ਚੰਦਰਮਾ ਪੂਰਾ, ਪਰ ਚੰਦਰ ਤਾਂ ਪੂਰਾ ਹੀ ਹੈ। ਇਹ ਸਾਡੀ ਹੀ ਨਜ਼ਰ ਦਾ ਕਿਤੇ ਨਾ ਕਿਤੇ ਦੋਸ਼ ਹੈ ਕਿ ਅਸੀਂ ਇਸ ਵੇਲੇ ਨੂੰ ਪੂਰਾ ਦੇਖ ਨਹੀਂ ਪਾਉਂਦੇ। ਇਸ ਲਈ ਅਗਰ ਅੱਜ ਤੁਹਾਨੂੰ ਕੋਈ ਛੋਟਾ ਸਮਝੇ, ਕੋਈ ਅਧੂਰਾ ਸਮਝੇ, ਆਪਣੀ ਆਪ ਨੂੰ ਕੰਮ ਨਾ ਸਮਝੋ, ਬਲਕਿ ਇਹ ਕਹੋ ਉਹ ਮੈਂ ਮਾਲਿਕ ਦਾ ਚਾਹੁੰਦਾ, ਮੈਂ ਤਾਂ ਪੂਰਾ ਆ, ਪਰ ਤੇਰੀ ਨਜ਼ਰ ਮੈਨੂੰ ਪੂਰਾ ਨਹੀਂ ਦੇਖ ਸਕਦੀ, ਲੇਕਿਨ ਕਸੂਰ ਤੇਰੀ ਨਜ਼ਰ ਦਾ ਹੈ। ਮੈਨੂੰ ਤਾਂ ਮੇਰੇ ਰੱਬ ਨੇ ਪੂਰਨ ਬਣਾਇਆ ਹੈ। ਕਿਉਂਕਿ ਚੰਦਰਮਾ ਹਮੇਸ਼ਾ, ਜਾਂ ਕਹਿ ਦਿਓ ਕਿ ਨਹੀਂ ਜੀ ਜਦੋਂ ਇੰਨਾ ਕੁ ਨਜ਼ਰ ਆਉਂਦਾ ਤਾਂ ਬਾਕੀ ਹੁੰਦਾ ਹੀ ਨਹੀਂ। ਚੰਦ ਤਾਂ ਆਪਣੀ ਜਗ੍ਹਾ ਹਮੇਸ਼ਾ ਪੂਰਨ ਹੁੰਦਾ ਕਿ ਨਹੀਂ? ਹਾਂ, ਇਸ ਵੇਲੇ ਸੂਰਜ ਦੀ ਰੋਸ਼ਨੀ ਉਨੀ ਕੁ ਪੈ ਰਹੀ ਹੈ ਤਾਂ ਸਾਨੂੰ ਉਨਾ ਨਜ਼ਰ ਆਉਂਦਾ ਹੈ। ਸਮਝਦੇ ਹੋ ਕਿ ਨਹੀਂ? ਜਿੱਦਾਂ ਸਮਝ ਲਓ ਕਿ ਘੁੱਪ ਹਨੇਰੇ 'ਚ ਕਿਸੇ ਬੰਦੇ ਨੂੰ ਖੜਾ ਕਰ ਦਿਓ ਤੇ ਇੱਕ ਲਾਈਟ, ਉਹਦੇ ਛੋਟੀ ਜਿਹੀ ਲਾਈਟ ਉਹਦੇ ਪੈਰਾਂ ਤੇ ਮਾਰੀ ਜਾਵੇ, ਕਿਹੜਾ ਪੈਰ ਹੀ ਨਜ਼ਰ ਆਉਂਦੇ ਹੈ, ਤੇ ਇਹਦਾ ਮਤਲਬ ਇਹ ਨਹੀਂ ਕਿ ਬੰਦਾ ਪੂਰਾ ਹੈ ਨਹੀਂ। ਇਸ ਲਈ ਜਿੱਥੇ ਕੁ ਪ੍ਰਕਾਸ਼ ਪੈ ਰਿਹਾ ਉਨਾ ਕੁ ਨਜ਼ਰ ਆ ਰਿਹਾ ਹੈ, ਪਰ ਜਦੋਂ ਪੂਰੇ ਦਾ ਪ੍ਰਕਾਸ਼ ਪਏਗਾ ਪੂਰਾ ਨਜ਼ਰ ਆ ਜਾਏਗਾ। ਸਮਝਦੇ ਹੋ ਕਿ ਨਹੀਂ? ਤੁਸੀਂ ਵੀ ਸੰਪੂਰਨ ਹੋ, ਕਿਸੇ ਦੇ ਕਹਿਣ ਨਾਲ ਤੁਸੀਂ ਅਧੂਰੇ, ਪਰ ਇਹ ਗੱਲ ਹੋਰ ਹੈ ਕਿ ਤੁਹਾਨੂੰ ਆਪਣੇ ਅੰਦਰ ਨੂਰ ਪੈਦਾ ਕਰਨਾ ਪੈਣਾ ਹੈ, ਉਹ ਚਮਕ ਪੈਦਾ ਕਰਨੀ ਪੈਣੀ ਹੈ ਕਿ ਅੱਜ ਜਿਨ੍ਹਾਂ ਨੂੰ ਤੁਸੀਂ ਇੰਨੇ ਕੁ ਨਜ਼ਰ ਆਉਂਦੇ ਹੋ, ਪਹਿਲੀ ਦੂਜ ਦੇ ਚੰਦਵਾਨ ਨਜ਼ਰ ਆਉਂਦੇ ਹੋ, ਉਹ ਇੰਨਾ ਨੂਰ, ਇੰਨਾ ਪਿਆਰ, ਇੰਨਾ ਵਿਸ਼ਵਾਸ ਆਪਣੇ ਅੰਦਰ ਪੈਦਾ ਕਰੋ ਕਿ ਦੁਨੀਆ ਕਵੇ ਉਹ ਜਿਹਨੂੰ ਮੈਂ ਇੰਨਾ ਕੁ ਸਮਝਦਾ ਸੀ ਇਹ ਤਾਂ ਸੰਪੂਰਨ ਹੈ, ਇਹ ਤਾਂ ਪੂਰਾ ਹੈ, ਇਹਦੀ ਤਾਂ ਕੋਈ ਕਮੀ ਹੈ ਹੀ ਨਹੀਂ। ਪੂਰਨ ਬਣਾਓ ਆਪਣੇ ਆਪ ਨੂੰ, ਔਰ ਤੁਸੀਂ ਪੂਰਨ ਬਣ ਸਕਦੇ ਹੋ ਕਿਉਂਕਿ ਪੂਰਨ ਸਤਿਗੁਰ ਤੁਹਾਡੇ ਨਾਲ ਹੈ। ਸਮਝਦੇ ਹੋ ਕਿ ਨਹੀਂ? ਅਸੀਂ ਨਾਲ ਹਾਂ ਤੁਹਾਡੇ, ਇਸ ਲਈ ਯਕੀਨ ਰੱਖੋ, ਕਿਉਂਕਿ ਪੂਰਨ ਨਾਲ ਮਿਲ ਕੇ ਹੀ ਬੰਦਾ ਪੂਰਨ, ਡਰਪੋਕਾਂ ਨਾਲ ਮਿਲ ਕੇ ਤਾਂ ਡਰਪੋਕ ਹੀ ਹੋਣਾ ਹੈ, ਪਰ ਬਹਾਦਰਾਂ ਨਾਲ ਮਿਲ ਕੇ ਹੀ ਅਸੀਂ। ਇਸ ਲਈ स्वामी विवेकानंद जी भी कहते सी कि अगर शेरों की संगत करोगे तो वो तुम्हें धारना सिखाएंगे, अगर गिद्धड़ों की संगत करोगे तो वो तुम्हें डरना ही सिखाएंगे। इसलिए ऐसे ही देखना कि गिद्धड़ों की संगत करके डरना सीखना है, या फिर ऐसे गुरु दी जो आप दहाड़दा है ਉਹਦੇ ਨਾਲ जुड़ के ऐसे भी दहाड़ना सीखना है, ऐसी भी जिंदगी खुशी ना जीना सीखना है। हिम्मत पैदा करो अपने अंदर, रो के अपनी वैल्यू ਨੂੰ ਆਪ ਘਟ ਨਾ ਕਰੋ, ਕਿਉਂਕਿ ਕੋਈ ਦੂਜਾ ਤੁਹਾਡੀ ਵੈਲਿਊ ਨਹੀਂ ਘਟਾ ਸਕਦਾ। ਪਰ ਜਦੋਂ ਤੁਸੀਂ ਕਹੋ ਹਾਏ ਉਹਨਾਂ ਨੇ ਮੇਰੀ ਬੇਇੱਜ਼ਤੀ ਕਰਤੀ, ਮੇਰੀ ਤਾਂ ਇੱਜ਼ਤ ਘਟ ਗਈ, ਉਹਨਾਂ ਨੇ ਮੈਨੂੰ ਧੋਖਾ ਦੇ ਦਿੱਤਾ, ਉਹਨਾਂ ਨੇ ਮੈਨੂੰ ਛੱਡ ਦਿੱਤਾ, ਮੈਂ ਤਾਂ ਮਰ ਗਿਆ, ਆਪਣੇ ਰੋ ਰੋ ਕੇ ਚਿੰਤਾ ਕਰ ਕਰਕੇ ਜਦੋਂ ਅਸੀਂ ਆਪਣੀ ਵੈਲਿਊ ਨੂੰ ਘਟ ਕਰ ਦਿੰਦੇ ਤਾਂ ਫੇਰ ਹੀ ਸਾਡੀ ਵੈਲਿਊ ਘਟਦੀ ਹੈ। ਤਾਂ ਜਿਹੜਾ ਦੂਜਾ ਨੋਟ ਉਹ ਕਹਿੰਦਾ ਲੈ ਇਹਦੀ ਮੂਰਖਤਾ ਹੈ ਕਿ ਮੈਨੂੰ ਜਾਣਦਾ ਹੀ ਨਹੀਂ ਹੈ, ਇਹ ਤਾਂ ਮੂਰਖ ਹੈ, ਇਹਨੂੰ ਮੇਰੀ ਵੈਲਿਊ ਦਾ ਪਤਾ ਹੀ ਨਹੀਂ ਹੈ। ਉਹ ਕੋਈ ਨਹੀਂ, ਤੂੰ ਠੁਕਰਾ ਦੇ, ਤੂੰ ਮਸਲ ਦੇ, ਤੂੰ ਜ਼ਮੀਨ ਤੇ ਸੁੱਟ ਦੇ, ਮੈਨੂੰ ਕੋਈ ਪਰਵਾਹ ਨਹੀਂ ਹੈ, ਕਿਉਂਕਿ ਮੈਨੂੰ ਪਤਾ ਮੇਰੀ ਵੈਲਿਊ ਕੀ ਹੈ। ਇੱਕ ਦਿਨ ਆਏਗਾ ਜੋ ਮੇਰੀ ਵੈਲਿਊ ਜਾਣੇਗਾ ਔਰ ਮੈਨੂੰ ਸੀਨੇ ਨਾਲ ਲਾਏਗਾ। ਅੱਜ ਤੁਹਾਨੂੰ ਵੀ ਕਵਾਂਗੇ ਕਿ ਅਗਰ ਦੁਨੀਆ ਨੇ ਮਸਲ ਕੇ ਸੁੱਟ ਦਿੱਤਾ ਤੁਹਾਨੂੰ ਤਾਂ ਰੋਵੋ ਨਾ, ਤੁਸੀਂ ਵੀ ਵਿਸ਼ਵਾਸ ਰੱਖੋ, ਕੋਈ ਆਏਗਾ ਮੈਨੂੰ ਗੱਲ ਨਾਲ ਲਾਏਗਾ ਔਰ ਮੇਰੀ ਵੈਲਿਊ ਵਧਾਏਗਾ। ਤਾਂ ਲਓ ਅਸੀਂ ਆ ਗਏ ਤੁਹਾਨੂੰ ਗੱਲ ਨਾਲ ਲਾਉਣ ਵਾਸਤੇ, ਆ ਗਏ ਤੁਹਾਡੀ ਵੈਲਿਊ ਨੂੰ ਵਧਾਉਣ ਵਾਸਤੇ, ਆ ਗਏ ਤੁਹਾਡੇ ਅੰਦਰ ਹਿੰਮਤ ਜਗਾਉਣ ਵਾਸਤੇ, ਆ ਗਏ ਤੁਹਾਨੂੰ ਫਰਸ਼ ਤੋਂ ਅਰਸ਼ ਤੱਕ ਲੈ ਕੇ ਜਾਣ ਵਾਸਤੇ। ਬਸ ਯਕੀਨ ਰੱਖੋ, ਤੁਸੀਂ ਵਿਸ਼ਵਾਸ ਰੱਖੋ ਤੁਸੀਂ ਕਿ ਮੇਰੀ ਵੈਲਿਊ ਕਦੀ ਡਾਊਨ, ਬਸ ਤੁਸੀਂ ਨਹੀਂ ਰੋਣਾ, ਕਿਉਂਕਿ ਬੰਦਾ ਫਿਰ ਕਵਾਂਗੇ। ऐसी एक लाइन कही दी है ना कि बड़ी प्यारी लाइन है कि दुनिया क्या कहती है
क्या बोलती है, क्या सोचती है, उससे कोई फर्क नहीं पड़ता। फर्क तो इससे पड़ता है कि हम अपने बारे में क्या सोचते, क्या बोलते हैं। दुनिया कहे तू माड़ा, तू किसे काम दा है नहीं, कोई फर्क नहीं पैंदा, क्योंकि गुरुआं रहबरां नूं दुनिया ने इदां ही किया सी। जरा याद करो श्री गुरु नानक देव जी नूं उन्हां दे पिता जी ने की किया सी, जदों पैसे दिते सी कि सौदा करके आ, तो भुखे साधुआं नूं, भुखे संतां महापुरुषां नूं भोजन कराता उन्होंने, तो बाप ने कहा निकम्मा किसे काम दा है नहीं। पर यह तो गुरुआं नूं पता सी कि वह की सी, बोलो समझदे हो कि नहीं। उन्होंने पता सी असीं तां जगत नूं तारन आए हैं, असीं तां सब दियां मुश्किलां दा हल बन के आए हैं। अज बाप ने नहीं पहचानिया तो की हो गया, पर अपने आप नूं तां पता सी ना असीं कौन आ। सो दसना की चाहते, गुरुआं रहबरां दी जिंदगी तो यही पता लगता है कि दुनिया की बोलती है, ये ना देखो, पर असीं अपने बारे की सोचते हैं, असीं की कर सकते हैं, असीं की बन सकते हैं, उत्ते बिलीव करना शुरू करो, उत्ते यकीन करना शुरू करो, तो फिर तुसीं देखो कित्थों कित्थे वो मालिक तुहानूं लै जाएगा। समझदे हो कि नहीं। इसलिए हुण तुसीं किहड़े नोट बनना आप ही सोच लो। रोण वाले, शिकवे शिकायतां करन वाले, अपने आप नूं निंदण वाले कि मेरी वैल्यू डाउन करती, मेरी बेइज्जती कर दी, मेरी निंदिया कर दी, मैंने तो मसल दिता, या फिर ये यकीन रखने वाले कि मेरी वैल्यू कदी घट, मैनू कोई कमजोर नहीं कर सकता। ये दुनिया जो मर्जी बोले, दुनिया नू वैल्यू का पता नहीं है, पर एक दिन आएगा मेरा मालिक जिन्होंने मेरी वैल्यू का पता, मैनू गल ना लाएगा तो मैनू कामयाबी की मंजिल तक लैके। इसलिए दुनिया की नहीं सुननी, पता किहदी सुननी है, साडी सुनो। क्यों साडी क्यों सुननी है? क्योंकि एक तरफ ये लोग हैं जो बुरी बातें कर कर मेरी टेंशन, मेरा बीपी बढ़ाते हैं। एक तरफ ये लोग हैं जो बुरी बातों से मेरी टेंशन, मेरा बीपी बढ़ाते हैं, और दूसरी तरफ मेरे मालिक हैं जो मुझे हिम्मत देकर मुझे दुखों से बचाते हैं। एक पासे दुनिया है, अगर दुनिया की गल्लां सुनांगे तो टेंशन ही बढ़ेगी, बीपी बढ़ेगा, हाय मेरा बीपी बढ़ गया। बढ़ता कि नहीं बीपी? क्योंकि दुनिया गल्लां इदां दियां करदी है, ओए तू इदां आ, तेरे नाल इदां हो गया, इदां क्यों हो गया, बंदा सोच सोच के ज्यादा दुखी हुंदा है। समझदे हो? हुंदा ना तुहाडे नाल भी इदां कि कई लोग इदां दे आणगे, किसी की मौत हो जाती, बड़ा माड़ा हो गया, ओही कहा कमाल की गल है, माड़ा की होया भाई? हुण बंदा ਉਹੀ कहे ਉਹ सूरज डुब गया, बड़ा माड़ा होया। ਉਹ ਭਾਈ ਇਹ ਤਾਂ ਨੋਰਮਲ ਗੱਲ ਹੈ, ਸਮਝਦਾਰ ਨੂੰ ਪਤਾ ਜੇ ਸੂਰਜ ਚੜਿਆ ਤਾਂ ਡੁੱਬਣਾ ਵੀ, ਮਾੜਾ ਕੀ ਹੋਇਆ ਇਹਦੇ 'ਚ? ਇਸ ਲਈ ਜਦੋਂ ਕਿਸੇ ਦੀ ਮੌਤ ਹੋਵੇ ਤਾਂ ਮਾੜਾ ਨਾ ਕਹੋ, ਬਲਕਿ ਇਹ ਕਹੋ ਤੇਰਾ ਭਾਣਾ, ਉਹਦੇ ਹੁਕਮ ਨਾਲ ਆਏ ਆ ਤਾਂ ਉਹਦੇ ਹੁਕਮ ਨਾਲ, ਇਹ ਰੱਬ ਦੇ ਪਿਆਰਿਆਂ ਦਾ ਕਰਮ ਹੈ। ਇਸ ਲਈ ਜਿਨ੍ਹਾਂ ਨੂੰ ਆਪਣੇ ਮਾਲਿਕ ਤੇ ਯਕੀਨ ਹੈ ਨਾ, ਉਹ ਮ੍ਰਿत्यु ਨੂੰ ਦੇਖ ਕੇ ਰੋਂਦੇ ਨਹੀਂ ਹੈ, ਬਲਕਿ ਸ਼ੁਕਰ ਕਰਦੇ ਹੈ ਕਿ ਸ਼ੁਕਰ ਹੈ ਇਹ ਜਿੰਨੇ ਵੀ ਪਲ ਸਾਨੂੰ ਇਕੱਠੇ ਰਹਿਣ ਨੂੰ ਮਿਲ ਗਏ, ਜਿੰਨੇ ਵੀ ਪਲ ਅਸੀਂ ਇਕੱਠੇ ਜੀਏ ਆ, ਸ਼ੁਕਰ ਹੈ ਉਸ ਮਾਲਿਕ ਦਾ। सब कुछ खुदा का है, मेरा कुछ नहीं, सब कुछ खुदा का है, मेरा कुछ नहीं। जिसको ये समझ आ गई, उसके हाथ में खुशियों से जीने की रमझ आ गई। ਤੁਹਾਡਾ है कि इत्थे? पर नहीं, मेरे पति ਨੂੰ कुछ हो गया, मैं मर जाना, मेरे पत्नी ਨੂੰ, ਉਹ ਸਭ ਨੇ मरना है। ਅੱਜ ਤੋਂ ਹੀ ਤਿਆਰੀ ਰੱਖੋ कि कोई जिंदगी ਦਾ पता नहीं है। इसलिए ये सब कुछ जेदा है ना, एक दिन जाना भी हो सकता। कई बार ले जी असीं नामदान ले लिया तो मौत नहीं होनी चाहिए, तो ये इंसान दे भुलेखे हुंदे है। मरना एक दिन सारियां ने है, फिर कहांगे कि मरना सारियां ने है, पर जेड़े गुरु वाले होंदे है ना, वो जींदे जी जीवन का आनंद लैण दी कला सिख जाते हैं। ਇਹਦਾ ਜਿਹੜੇ ਬੇਗੁਰੂਏ ਹੁੰਦੇ ਉਹ ਪਲ ਪਲ ਮਰਦੇ ਆ, ਡਰ ਡਰ ਕੇ ਮਰਦੇ ਆ, ਐਦਾਂ ਨਾ ਹੋ ਜਾਵੇ, ਉੱਦਾਂ ਨਾ ਹੋ ਜਾਵੇ, ਉਹ ਜੀਵਨ ਦਾ ਪੂਰਾ ਆਨੰਦ ਕਦੀ ਲੈ ਹੀ ਨਹੀਂ ਪਾਉਂਦੇ। ਪਰ ਅਸੀਂ ਜੀਵਨ ਦਾ ਪੂਰਾ ਆਨੰਦ ਲੈ ਰਹੇ ਹਾਂ, ਔਰ ਤੁਹਾਨੂੰ ਵੀ ਜੀਵਨ ਦਾ ਪੂਰਾ ਆਨੰਦ ਲੈਣ ਦੀ ਕਲਾ ਸਿਖਾ ਕੇ ਜਾਣਾ ਹੈ ਕਿ ਤੁਸੀਂ ਜੀਵਨ ਦਾ ਪੂਰਾ ਆਨੰਦ ਕਿੱਦਾਂ ਲੈ ਸਕੋ, ਤਾਂ ਕਿ ਜਦੋਂ ਮੌਤ ਆਵੇ ਤੁਸੀਂ ਕਹਿ ਸਕੋ ਸਾਡਾ ਜੀਵਨ ਬੜਾ ਸ਼ਾਨਦਾਰ ਸੀ, ਮਜ਼ਾ ਆ ਗਿਆ ਜ਼ਿੰਦਗੀ ਦਾ। ਕਿਉਂਕਿ ਹਰ ਫਿਲਮ ਦਾ ਐਂਡ ਤਾਂ, पर जी फिल्म वधिया होंगी कहते मज़ा आ गया फिल्म का एंड देख के, बहुत वधिया सी। तो जिंदगी सोचते तो कभी एंड ही नहीं होना, यदा भी एक दिन एंड
ਪਰ ਇਹ ਫਿਲਮ ਦੇ ਰਾਈਟਰ ਵੀ ਅਸੀਂ ਆਪ ਹੈ ਤੇ ਹੀਰੋ ਵੀ ਅਸੀਂ। ਇਹਲੇ ਚੰਗਾ ਆਪਣਾ ਰੋਲ ਲਿਖੋ ਕਿ ਮੈਂ ਚੰਗਾ ਰੋਲ ਬਣਾਉਣਾ ਹੈ ਆਪਣਾ, ਮੈਂ ਸਭ ਨਾਲ ਮਿੱਠਾ ਬੋਲਣਾ ਹੈ, ਸਭ ਨਾਲ ਪਿਆਰਾ ਬੋਲਣਾ ਹੈ, ਮੈਂ ਸਭ ਦੀ ਹੈਲਪ ਕਰਨ ਦੀ ਕੋਸ਼ਿਸ਼ ਕਰਨੀ ਹੈ, ਸਭ ਦੀ ਮਦਦ ਕਰਨ ਦੀ ਕੋਸ਼ਿਸ਼ ਕਰਨੀ ਹੈ। ਕਿਉਂਕਿ ਜਦੋਂ ਅਸੀਂ ਦੂਜਿਆਂ ਦੀ ਭਲਾਈ ਦੀ ਖਾਤਰ ਜੀਂਦੇ ਆ ਤਾਂ ਫਿਰ ਰੱਬ ਵੀ ਖੁਸ਼ ਹੁੰਦਾ ਹੈ। ਬਾਕੀ ਦੁਨੀਆ ਜੋ ਮਰਜ਼ੀ ਬੋਲੀ ਜਾਵੇ, ਦੁਨੀਆ ਹੀ ਪਰਵਾਹ ਨਹੀਂ ਕਰਨੀ। ਕਹਿੰਦੇ ਇੱਕ ਸਮੁੰਦਰ, ਹੁਣ ਛੋਟੀ ਜਿਹੀ ਕਹਾਣੀ ਦੱਸਾਂਗੇ, ਸਤਸੰਗ ਨੂੰ ਸਮਾਪਤੀ ਵੱਲ ਲੈ ਕੇ ਜਾਵਾਂਗੇ। ਇੱਕ ਸਮੁੰਦਰ, ਬਹੁਤ ਵਿਸ਼ਾਲ ਸਮੁੰਦਰ, ਬਹੁਤ ਬੜਾ, ਦੂਰ ਦੂਰ ਤੱਕ ਉਹਦਾ ਕਿਨਾਰਾ ਫੈਲਿਆ ਹੋਇਆ ਹੈ। ਤਾਂ ਉਸੇ ਸਮੁੰਦਰ ਦੇ ਕਿਨਾਰੇ ਇੱਕ ਬੱਚਾ ਨਾ ਆਪਣੀਆਂ ਚੱਪਲਾਂ ਰੱਖ ਕੇ ਸਮੁੰਦਰ 'ਚ ਤੈਰਨ ਦਾ ਆਨੰਦ ਲੈ ਰਿਹਾ ਹੈ ਕਿ ਅਚਾਨਕ ਇੱਕ ਲਹਿਰ ਆਈ। ਲਹਿਰ ਇੰਨੀ ਤੇਜ਼ ਸੀ ਕਿ ਬੱਚੇ ਦੀਆਂ ਜਿੱਥੇ ਚੱਪਲਾਂ ਸੀ ਉਹ ਚੱਪਲਾਂ ਤੱਕ ਪਹੁੰਚੀ ਤਾਂ ਚੱਪਲਾਂ ਨੂੰ ਬਹਾ ਕੇ ਨਾਲ ਲੈ ਗਈ। ਜਦੋਂ ਨਾਲ ਲੈ ਗਈ, ਬੱਚਾ ਬਾਹਰ ਆਇਆ, ਦੇਖਿਆ ਮੇਰੀਆਂ ਚੱਪਲਾਂ ਹੈ ਨਹੀਂ, ਬੜਾ ਗੁੱਸਾ ਆਇਆ। ਗੁੱਸੇ ਵਿੱਚ ਉਹਨਾਂ ਸਮੁੰਦਰ ਦੇ ਕਿਨਾਰੇ ਲਿਖ ਦਿੱਤਾ, ਸਮੁੰਦਰ ਚੋਰ ਹੈ, ਮੇਰੀਆਂ ਚੱਪਲਾਂ ਲੈ ਗਿਆ। ਕੀ ਲਿਖ ਦਿੱਤਾ? ਸਮੁੰਦਰ ਚੋਰ ਹੈ, ਮੇਰੀਆਂ ਚੱਪਲਾਂ ਲੈ ਗਿਆ। ਦੂਜੇ ਪਾਸੇ ਉਹ ਤੋਂ ਥੋੜੀ ਦੂਰ ਕੁਝ ਮਛੁਆਰੇ ਸੀ ਜਿਹੜੇ ਸਮੁੰਦਰ ਅੰਦਰ ਜਾਲ ਪਾ ਕੇ ਬੈਠੇ ਸੀ। ਜਾਲ ਪਾਇਆ, ਜਾਲ ਕੱਢਿਆ, ਮੱਛੀਆਂ ਨਾਲ ਭਰਿਆ ਬਾਹਰ ਆਇਆ। ਤਾਂ ਵਾਪਸ ਜਦੋਂ ਸਮੁੰਦਰ ਤੋਂ ਬਾਹਰ ਆਏ ਤਾਂ ਉਹਨਾਂ ਨੇ ਸਮੁੰਦਰ ਤੇ ਕੀ ਲਿਖਿਆ? समुंदर हमारा पालन करता है, हमें पेट भरने को रिज्क देता है। रिज्क, क्योंकि मछुआरे वो मच्छियां बेच के अपना रिज्क खाते हैं। कहते समुंदर पालन करता है जी, हमें रिज्क देता है। उन्होंने वो लिख दिता। वो तो थोड़ी दूर एक किनारे ते एक नवा ब्याया जोड़ा हनीमून मनाने वास्ते आया सी, तां वो दोनों नहा रहे सी, यानी समुंदर विच कि लहर आई और लड़के नूं बहा के लै गई। ਉਹਦੀ ਘਰ ਵਾਲੀ ਬਾਹਰ ਨਿਕਲੀ, रो रही है, मेरा पति डूब गया। उन्होंने लिखा समुंदर हत्यारा है जिसने मेरे पति की जान ले ली। समझ दो कि नहीं? उन्होंने लिखा समुंदर हत्यारा है जिसने मेरे पति की जान ले ली। वो तो थोड़ी दूर अगे चले जाइए, एक भिखारी तुरिया सी कि लहर आई तो लहर दे नाल कुछ सीपां कुछ मोती बाहर आ गए। भिखारी ने देखा सीप चक्की विचों मोती निकलिया, भिखारी बड़ा खुश होया। उन्हें लिख दिता थले, समुंदर बहुत बड़ा दानी है जिसने मेरी गरीबी दूर कर दी। समझते हो कि नहीं? हुण बच्चे ने लिखा समुंदर चोर है, मेरिया चपला ले गया। मछुआरे ने लिखा समुंदर पालन करता है, हमें रिज्क देने वाला। लड़की ने लिखा समुंदर हत्यारा है, मेरे पति की जान ले ली। और भिखारी ने लिखा समुंदर बहुत बड़ा दानी है जिसने मेरी सारी गरीबी, क्योंकि उन्हें मोती मिल गए। हुण ये चल रहा सी कि समुंदर की बड़ी लहर आई। जो बड़ी लहर आई तो जिन्हें जिन्हें जो लिखा सी समुंदर आया वो सारा मिटा के वापस चला गया। ये तो पता की समझ आता है? वो समुंदर कहता जो मर्जी मेरे बारे लिखो, मैनू कोई फर्क नहीं पैंदा, क्योंकि मेरा काम है अपनी मौज च बहना और मौज लेना। तुसी जो मर्जी बोलना बोली जाओ, मैं जो करना करना ही है। अगर तुसी भी जीवन का आनंद लेना तो समुंदर बन जाओ। कोई तुहानू कहे तू पापी, कही जा भाई, कोई फर्क नहीं पैंदा, क्योंकि मैनू पता मैं अपने आनंद विच जो कर रहा हाँ, बस तुसी अच्छा करना, तुसी कोई पाप नहीं करना, तुसी कोई बुरा नहीं करना, तुसी अपने आप को बेहतर बनाना ताकि साडे वालों बेहतरी दी लहरां आण, अच्छाई दी लहरां आण। फिर कोई माड़ा बोले बुरा बोले तो उन्होंने बोली जान दिओ, क्योंकि समुंदर का काम है अपनी मस्ती विच अपनी मौज च बहना। ताही तो समुंदर विशाल है। अगर तुसी भी विशाल बनना है तो तुहानू भी समुंदर वांगू अपनी सोच नू अपने दिल नू विशाल करना पैना कि किसी दी गल्लां दा कोई असर होवे ही ना। दुनिया तो रब नू भी बहुत कुछ कहती है कि नहीं? और रब हत्यारा है, मेरे पति की जान ले ली, मेरे बच्चे की जान ले ली, मेरी फलानी। और रब कहता कोई फर्क नहीं पैंदा, क्योंकि हर कोई अपनी करनी नाल। फिर कहांगे किसी से ये मत पूछो कि मेरे साथ क्या बुरा क्या भला होगा, आखिर मंजिल तो वैसी ही मिलेगी जैसी राह पर तू चला होगा। ये याद रखो हमेशा। अज किसी ने ना पूछो मेरे नाल कल चंगा होना या माड़ा होना है, क्योंकि आने वाले कल च उही तुहानू फल मिलना है जो तुसी अज बीज बोया है। अगर अज माड़ा कीता तो कल नू चंगा फल मिल ही नहीं सकता। अगर अज चंगा कीता है तो कल नू चंगा फल भी जरूर मिलेगा।
इसलिए अपनी करनी नूं चंगा करो, अपने जीवन नूं ऐसा बनाओ कि किसी की गल का कोई असर, यानी कोई निंदिया करे, कोई चुगली करे, कोई बुरा बोले, वो असी मस्त हाँ अपनी मस्ती च। साडे वालों अच्छाई की लहर आनी चाहिए है, साडे वालों भलाई की लहर आनी चाहिए है। ऐसी अच्छा करना, फिर दुनिया चाहे जो मर्जी बोले। दुनिया ने तो जीसस क्राइस्ट नूं भी सलीब ते चढ़ा दिता, गुरुआं नूं भी तत्तियां तवियां ते बिठाता, मुहम्मद साहब दे भी पत्थर मारे, महात्मा बुद्ध दे पिछे कुत्ते छड्डे, महावीर दे कन्नां च किल्लां ठोकीआं। दुनिया ने तो उन्हां अवतारां नाल भी जिन्हां नूं भगवान कहा जांदा सी, जिन्हां ने सब दा भला कीता सी, दुनिया तो उन्हां ने भी बुरा कीता। तो बंदा सोचे कि फिर मैं की चीज़ है। पर यदा मतलब ये नहीं कि कोई मेरे नाल बुरा करे तो मैं भी बुरा बन जावां, क्योंकि माना कि दुनिया बुरी है और हर तरफ धोखा है। आओ हम तो अच्छे बने, हमें किसने रोका है। मनिया दुनिया बुरी है और हर तरफ बुराई है, धोखा है, और ऐसी अच्छे बनना है, क्योंकि हमें किसने, ये ले कह दो, आज से मैं अच्छा बनूंगा, आज से मैं अच्छा, आज से मैं अच्छा करूंगा, आज से मैं अच्छा, आज से मैं अच्छा बोलूंगा, आज से मैं अच्छा, क्योंकि बनूंगा, करूंगा, बोलूंगा। अगर साडे कर्म अच्छे होंगे तो साडी मंजिल भी अच्छी होएगी। इसलिए जे मत पूछो मेरे साथ क्या बुरा क्या भला होगा, आखिर मंजिल तो वैसी ही मिलेगी जो जिस राह पर चला होगा। जिस राह ते जाना मंजिल तो वही मिलनी है। हुण तुरिया पठानकोट वाल होवे, आ देखियो जी मैनू दिल्ली मिल जाऊंगी, दिल्ली पहुंच जाऊं, वो कहना भाई तेरा रास्ता ही गलत है। पूछण की लोड़ नहीं, अपना रास्ता सही कर, तो कामयाबी जरूर, सफलता जरूर। तुहानू सफलता चाहिए है, किहनू किहनू चाहिए है, खुशियां चाहिए हैं, फिर कह दो मैनू खुशियां, मैनू सफलता, मैनू कामयाबी चाहिए है। हाले चाहिए है, कहना है मैनू खुशियां चाहिए है, मैनू सफलता, मैनू तंदुरुस्ती, मैनू रहमत चाहिए ना, सब कुछ। तो अपना मुंह साडे वाल कर लो, जरूर मिलेगा। क्योंकि जिसकी उसको वैसी ही मंजिल मिलेगी जो जिस राह पर। हुण तुसीं देख लो, अगर कामयाबी सफलता खुशी चाहिए तो देख लो ये मेरा रास्ता मालक अल जांदा कि नहीं, ਉਹਦੇ दरबार अल जांदा कि नहीं। क्योंकि खुशियां कामयाबी सफलता तो ਉਹਦੇ घर चों मिलती है, रहमत तो ਉਹਦੇ घर चों बस विश्वास नाल जो आ जाता है, फिर ਉਹਦੇ जीवन च खुशियां का रंग भी जरूर चढ़ता है। समझते हो कि नहीं? इसलिए राज है कुछ। और फिर कहांगे कि मेरा जो कुछ है खुदा का है, मेरा कुछ नहीं। जिसको ये समझ आ गई उसके हाथ में खुशियों से जीने की रमज आ गई। ये रमज है, ये सोचो सब कुछ ओदा ही है। मैं की लैके आया तो की लै जाना, जिंदगी ओदी, हिरदा ओदा, सब कुछ उसका। तो जे ओदा है तो संभाल भी वो आप करेगा, रक्षा भी, क्योंकि तुहाडी गड्डी है, रक्षा भी तुहानू करनी पैनी है। कहते हैं सवारी अपने समान की, तो फिर मालको ये समान ही तुहाडा, यानी ये जीवन ही तुहाडा, ये सब कुछ तुहाडा है, इसकी संभाल भी, तो फिर संभाल भी जरूर करेगा। बस ये विश्वास रखना है, ये यकीन रखना है कि साडा ध्यान डर वाले पासे नहीं, चिंता वाले पासे नहीं, साडा ध्यान अपने मालिक दी रहमत वाले पासे होना चाहिए है। इसलिए आखिरले वचन एक गल कहनी, दिल ते लिख लो कि डूब रहा था मुश्किलों के समुंदर में, डूब रहा था मुश्किलों के समुंदर में, तू मिला तो खुशियों का किनारा मिल गया, तू मिला तो खुशियों का किनारा मिल गया। किसी तूफान का अब मुझको डर नहीं, ऐ मालिक जब से मुझको तेरा सहारा मिल गया। अज जिद्दां दी मर्जी तुहाडे जीवन के हालात होण, जिन्नियां मर्जी मुश्किलों दी लहरां होण, फिक्र ना करो। ये सोचो मैनू मालिक मिल गया तो खुशियां का किनारा भी, क्योंकि 12 साल का डुब्बा बेड़ा बनने लग गया माई रूड़ी का, जो हजूर गौस का इशारा हो गया। ये इशारा, द्वारा, किनारा, सहारा इक्को दा है, समझते हो कि नहीं? इसलिए डूब रहा था मुश्किलों के समुंदर में, तू मिला तो खुशियों का। हुण आ गए ना मालिक दे दर ते, तो मालिक दे होके आओ, सिर्फ सत्संग सुनना हो, सिर्फ फॉर्मैलिटी करन ना हो, दिलों आओ, ओदे होके आओ।
कि हो गया मैं मालिक दा, फिर किदा कहना मैं मालिक दा मालिक। एक बार कह के दिखा दियो फिर, ये दिलों कहना है, कोई दिखावा नहीं। मैं मालिक दा, मैं मालिक दा, मैं मालिक दा, मैं मालिक दा, मैं मालिक दा। बस जेड़ा दिलों ओदा हो गया, तब खुशियां दे किनारे तक मालिक आप फड़ के लेके जाएंगे। क्योंकि डूब रहा था मुश्किलों के समुंदर में, तू मिला तो खुशियों का किनारा मिल गया। किसी तूफान का अब मुझको डर नहीं रहा, ऐ मालिक जब से मुझको तेरा 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 सहारा मिल गया। हुण मिल गया ना वो सहारा, हुण होर सहारे लभण की लोड़ नहीं, बस वो कल्ला ही काफी है संभालने वास्ते। सो यकीन रखो, विश्वास रखो, अपनी हिम्मत नूं, अपने हौसले नूं बुलंद करना है। फिर कमांगे, कोई ठोकर मार देवे, गिरा देवे तो निराश नहीं होना, रोना नहीं, अपनी वैल्यू नूं घट नहीं समझना, बल्कि सोचो इनू मेरी वैल्यू का पता नहीं, अज आ गया मेरा मालिक जिन्हों मेरी कीमत का पता है, मैनू उठाएगा, गल ना लाएगा और मैनू कामयाबी तक लैके बस हो जाओ उस मालिक दे। फिर देखो कितना कामयाबी दी पौड़ियां चढ़ते हो तुसी। ते पता की कहना है, पौड़ी पौड़ी चढ़दा जा, जय मालकां दी, जय मालकां दी, जय मालकां दी। बस करते जाना है तो कामयाबी दी पौड़ियां मालिक ने आपे चढ़ाई जानियां। आओ हुण आखिरले वचनां च कह दईए, मैनू अपने मालिक ते पूरा, मैनू अपने मालिक ते पूरा, मैनू अपने मालिक ते पूरा, मेरियां झोलियां खुशियां नाल, मेरियां झोलियां खुशियां नाल, मेरियां झोलियां खुशियां नाल, मेरे सारे दुख दूर, मेरे सारे दुख दूर, मेरे सारे दुख दूर। मेरा मालिक मेरे, मेरा मालिक मेरे, मेरा मालिक मेरे, मैं बहुत, मैं बहुत, मैं बहुत, खुशी आ गई, आ गई, आ गई, आ गई, रहमत आ गई, आ गई, आ गई, आ गई। फील करो, आ गई, मेरी खुशी वध गई, वध गई, वध गई, वध गई, रहमत वध गई, वध गई, वध गई, वध गई। मेरे दुख दूर हो गए, हो गए, हो गए, हो गए। कहता ना विश्वास ना, जाओ भाई हो गए। आज तो अपने जोश नू, अपनी हिम्मत नू, अपने हौसले नू बुलंद कर लो, और हर जगह साथ देने वाले वो मालिक तुहाडे, मेरा मालिक मेरे, मेरा मालिक मेरे, मेरा मालिक मेरे, मेरा मालिक मेरे। तो जाओ मालिक हमेशा ही नाल है। और हुण इन्हां वचनां दे नाल ही ਅਸੀਂ ਅੱਜ ਦੇ सत्संग ਦੀ समाप्ति करांगे, और अंत ਵਿੱਚ यही उस मालिक ਦੇ चरਨਾਂ 'ਚ अरदास बेनती करांगे कि मालिक ਤੁਹਾਨੂੰ ਸਭ ਨੂੰ खुशियां ਦੇ ਨਾਲ, रहमतां ਦੇ ਨਾਲ, बरकतां ਦੇ ਨਾਲ भरपूर करन। आने वाला हर पल ਤੁਹਾਡੇ वास्ते खुशियां, कामयाबी, सफलता भरिया होवे, और मालिक ਤੁਹਾਡੇ अंदर इन्ना प्यार, इन्ना विश्वास पैदा कर देन कि तुसी किसी मुश्किल तो, किसी परेशानी तो डरो ना, बल्कि ਤੁਹਾਨੂੰ यकीन होवे कि जिहड़ा सख्त पत्थर विच मैनू संभाल सकता है, कीड़े नू संभाल सकता है, वो सख्त तो सख्त हालातों में मेरी रक्षा भी जरूर करेगा, मेरी संभाल भी। जिहड़ा एक कायदे कोले दे अंदरों चमकदार हीरा पैदा कर सकता है, वो मैनू भी कामयाबी, सफलता दी वो चमक नाल जरूर नवाजेगा, मैनू खुशियां दी चमक जरूर देगा, मैनू कामयाबी जरूर मिलेगी, क्योंकि मेरा मालिक मेरे। सो हर पल तुहाडे वास्ते खुशियां, रहमतां, बरकतां, कामयाबी, सफलता भरिया होवे। दिन दुगनी रात चौगनी मालिक तुहानू तरक्की देवे। और जिन्ने भी जीव उस मालिक दे दर ते पहुंचे है, मालिक तुहाडी सब दी हाज़री अपने चरणों 'च कबूल करन। और बहुत जीव अज मालिक दे नाम दियां नियाज़ां भी लैके आए हैं, क्योंकि गुरु पूजा के दिन अज जिहड़े जीव नियाज़ लैके आए हैं, जे कोई अपनी तकलीफ दुख की नियाज़ लैके आया है, तो जिस भावना नाल जीव नियाज़ लैके आया है, मालिक उहदी भावना नूं, उहदी कामना नूं पूरा करन, उहदी नियाज़ नूं कबूल करन, ਉਹਦੇ हर दुख दर्द ਨੂੰ दूर करन, ਉਹਦੀਆਂ ਝੋਲੀਆਂ खुशियां ना भरन। और ਜਿਹੜੇ जीव अज खुशी की नियाज़ लैके आए है, मालिक उन्हां दी
ਝੋਲੀ 'ਚ ਇੰਨੀਆਂ ਖੁਸ਼ੀਆਂ ਪਾਣ ਕਿ ਉਹਨਾਂ ਨੂੰ ਕਦੀ ਫਰਿਆਦ ਕਰਨ ਦੀ, ਮੰਗਣ ਦੀ, ਬੋਲਣ ਦੀ ਲੋੜ ਹੀ ਨਾ ਪਵੇ। ਔਰ ਜਿਹੜੇ ਸੇਵਾ 'ਚ ਯੋਗਦਾਨ ਦੇਣ ਵਾਲੇ ਹੈ, ਮਾਲਕ ਉਹਨਾਂ ਦੀਆਂ ਕਮਾਈਆਂ 'ਚ ਵੀ ਬਰਕਤਾਂ ਪਾਣ, ਤਾਂ ਕਿ ਇਸੇ ਤਰ੍ਹਾਂ ਮਾਲਕ ਦੇ ਘਰ ਦੀ ਸੰਗਤ ਦੀ ਸੇਵਾ ਕਰਕੇ ਮਾਲਕ ਦੀਆਂ ਰਹਿਮਤਾਂ ਹਾਸਲ ਕਰਕੇ ਆਪਣਾ ਜੀਵਨ ਸਫਲ